ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਮਾਰੂ ਮਹੱਲਾ ਤੀਜਾ। ਏਕੋ ਸੇਵੀ ਸਦਾ ਥਿਰ ਸਾਚਾ, ਦੂਜੈ ਲਾਗਾ ਸਭ ਜਗ ਕਾਚਾ। ਫਰਮਾਨ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਮੈਂ ਸਿਰਫ ਉਸ ਪਰਮਾਤਮਾ ਦੀ ਹੀ ਸੇਵਾ ਭਗਤੀ ਕਰਦਾ ਹਾਂ ਜੋ ਇੱਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਉਸ ਪ੍ਰਭੂ ਦੀ ਭਗਤੀ ਛੱਡ ਕੇ ਮਾਇਆ ਦੇ ਮੋਹ ਵਿੱਚ ਲੱਗਾ ਰਹਿੰਦਾ ਹੈ ਤੇ ਕਮਜ਼ੋਰ ਆਤਮਿਕ ਜੀਵਨ ਵਾਲਾ ਹੈ। ਫਿਰ ਫਰਮਾਨ ਹੈ, ਗੁਰਮਤਿ ਸਦਾ ਸੱਚ ਸਾਲਾਹੀ, ਸਾਚੇ ਹੀ ਸਾਚ ਭਤੀਜੈ ਹੈ। ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਮੈਂ ਗੁਰੂ ਦੀ ਮੱਤ ਦੀ ਬਰਕਤ ਨਾਲ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ। ਮੇਰਾ ਮਨ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਹੀ ਗਿੱਝਿਆ ਰਹਿੰਦਾ ਹੈ। ਫਿਰ ਫਰਮਾਨ ਹੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ, ਆਪੇ ਲਾਏ ਲਏ ਜਗ ਜੀਵਨ ਦਾਤਾ। ਹੇ ਪ੍ਰਭੂ, ਤੇਰੇ ਅਨੇਕਾਂ ਹੀ ਗੁਣ ਉਪਕਾਰ ਹਨ, ਅਨੇਕਾਂ ਹੀ ਗੁਣ ਹਨ, ਉਪਕਾਰ ਹਨ। ਮੈਂ ਤਾਂ ਤੇਰੇ ਇੱਕ ਉਪਕਾਰ ਨੂੰ ਵੀ ਸਮਝ ਨਹੀਂ ਸਕਿਆ, ਭਾਵ ਕਦਰ ਨਹੀਂ ਪਾਈ। ਹੇ ਭਾਈ, ਜਗਤ ਦਾ ਜੀਵਨ ਦਾਤਾਰ ਪ੍ਰਭੂ ਆਪ ਹੀ ਮਿਹਰ ਕਰਕੇ ਜੀਵ ਨੂੰ, ਮਨੁੱਖ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ। ਫਿਰ ਅੱਗੇ ਫਰਮਾਨ ਹੈ, ਆਪੇ ਬਖਸ਼ੇ ਦੇ ਵਡਿਆਈ, ਗੁਰਮਤਿ ਇਹੋ ਮਨ ਭੀਜੈ ਹੈ। ਜਿਸ ਮਨੁੱਖ ਉੱਤੇ ਆਪ ਹੀ ਬਖਸ਼ਿਸ਼ ਕਰਦਾ ਹੈ ਅਕਾਲ ਪੁਰਖ ਪਰਮੇਸ਼ਰ, ਉਸ ਨੂੰ ਨਾਮ ਦੀ ਵਡਿਆਈ ਦਿੰਦਾ ਹੈ। ਉਸ ਦਾ ਮਨ ਗੁਰੂ ਦੀ ਸਿੱਖਿਆ ਦੇ ਵਿੱਚ ਭਿੱਜ ਜਾਂਦਾ ਹੈ, ਭਾਵ ਸਿੱਖਿਆ ਤੇ ਫਿਰ ਤੁਰਦਾ ਹੈ, ਗੁਰੂ ਦੀ ਸਿੱਖਿਆ ਤੇ। ਫਿਰ ਫਰਮਾਨ ਹੈ, ਮਾਇਆ ਲਹਿਰ ਸ਼ਬਦ ਨਿਵਾਰੀ, ਇਹੋ ਮਨ ਨਿਰਮਲ ਹਉਮੈ ਮਾਰੀ। ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਮਾਇਆ ਦੀ ਲਹਿਰ ਦੂਰ ਕਰ ਲਈ,
ਹਉਮੈ ਨੂੰ ਮਾਰ ਕੇ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ। ਫਿਰ ਉਹਦਾ ਮਨ ਫਿਰ ਪਵਿੱਤਰ ਹੋ ਜਾਂਦਾ ਹੈ। ਫਿਰ ਫਰਮਾਨ ਹੈ, ਸਹਿਜੇ ਗੁਣ ਗਾਵੇ ਰੰਗ ਰਾਤਾ, ਰਸਨਾ ਰਾਮ ਰਵੀਜੈ ਹੀ। ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਫਿਰ ਕੌਣ? ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ ਹੈ। ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ। ਉਸ ਦੀ ਜੀਭ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ। ਫਿਰ ਫਰਮਾਨ ਹੈ, ਮੇਰੀ ਮੇਰੀ ਕਰਤ ਵਿਹਾਣੀ, ਮਨ ਮੁਖ ਨਾ ਬੂਝੈ ਫਿਰੈ ਇਆਣੀ। ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਬੇਸਮਝ ਜੀਵ ਇਸਤਰੀ ਸਹੀ ਜੀਵਨ ਰਾਹ ਨੂੰ ਨਹੀਂ ਸਮਝਦੀ। ਕਹਿਣ ਦਾ ਭਾਵ, ਜਿਹੜੇ ਮਨੁੱਖ ਆਪਦੇ ਮਨ ਦੇ ਪਿੱਛੇ ਤੁਰਦੇ ਹੈ ਉਹ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦੇ। ਮਾਇਆ ਦੀ ਖਾਤਰ ਭਟਕਦੀ ਰਹਿੰਦੀ ਹੈ। ਉਸ ਦੀ ਸਾਰੀ ਉਮਰ ਮੇਰੀ ਮਾਇਆ ਕਰਦਿਆਂ ਹੀ ਬੀਤ ਜਾਂਦੀ ਹੈ। ਭਾਵ ਮੇਰੀ ਕਰਦਿਆਂ ਹੀ ਬੀਤ ਜਾਂਦੀ ਹੈ। ਫਿਰ ਫਰਮਾਨ ਹੈ, ਜਮਕਾਨ ਘੜੀ ਮੋਹਤ ਨਿਹਾਲੇ, ਆਨ ਦਿਨ ਆਰਜਾ ਛੀਜੈ ਹੈ। ਤਾਂ ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਆਤਮਿਕ ਮੌਤ ਉਸ ਦੀ ਜ਼ਿੰਦਗੀ ਦੀ ਹਰੇਕ ਘੜੀ, ਹਰੇਕ ਪਲ ਨੂੰ ਗਹੁ ਨਾਲ ਤੱਕਦੀ ਰਹਿੰਦੀ ਹੈ। ਭਾਵ ਅਜਿਹੀ ਜੀਵ ਇਸਤਰੀ ਸਦਾ ਆਤਮਿਕ ਮੌਤੇ ਮਰੀ ਰਹਿੰਦੀ ਹੈ। ਉਸ ਦੀ ਉਮਰ ਇੱਕ ਇੱਕ ਦਿਨ ਕਰਕੇ ਵਿਅਰਥ ਹੀ ਘਟਦੀ ਜਾਂਦੀ ਹੈ। ਫਿਰ ਫਰਮਾਨ ਹੈ, ਅੰਤਰ ਲੋਭ ਕਰੈ ਨਹੀਂ ਬੂਝੈ, ਸਿਰ ਉਪਰ ਜਮਕਾਲ ਨਾ ਸੂਝੈ। ਨਹੀਂ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਆਪਣੇ ਅੰਦਰ ਲੋਭ ਕਰਦੀ ਰਹਿੰਦੀ ਹੈ। ਭਾਵ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪਣੇ ਅੰਦਰ ਲੋਭ ਹੀ ਕਰਦੇ ਰਹਿੰਦੇ ਹੈ। ਉਸ ਨੂੰ ਸਹੀ ਜੀਵਨ ਰਾਹ ਨਹੀਂ ਸੋਚਦਾ। ਉਸ ਦੇ ਸਿਰ ਉੱਤੇ ਮੌਤ ਖੜੀ ਰਹਿੰਦੀ ਹੈ, ਪਰ ਉਸ ਨੂੰ ਇਸ ਦੀ ਸਮਝ ਨਹੀਂ ਪੈਂਦੀ। ਇੱਥੇ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀਜੈ ਹੈ। ਫਿਰ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ, ਕਹਿੰਦੇ ਇਸ ਜੀਵਨ ਵਿੱਚ ਜੀਵ ਇਸਤਰੀ ਜੋ ਕੁਝ ਕਰਮ ਕਮਾਉਂਦੀ ਹੈ, ਭਾਵ ਇਸ ਮਨੁੱਖਾ ਜਨਮ ਦੇ ਵਿੱਚ ਜੋ ਕੁਝ ਵੀ ਅਸੀਂ ਕਰਦੇ ਹਾਂ, ਕਰਮ ਕਰਦੇ ਹਾਂ, ਕਮਾਉਂਦੇ ਹਾਂ, ਉਸ ਦਾ ਫਲ ਭੁਗਤਣਾ ਹੀ ਪੈਂਦਾ ਹੈ। ਜੋ ਵੀ ਅਸੀਂ ਕਰ ਰਹੇ ਹਾਂ, ਚਾਹੇ ਚੰਗਾ ਹੈ ਚਾਹੇ ਮਾੜਾ ਹੈ, ਉਹੋ ਜਿਹਾ ਹੀ ਫਲ ਉਹਦਾ ਭੁਗਤਣਾ ਜ਼ਰੂਰ ਪੈਣਾ। ਕਹਿੰਦੇ ਸਤਿਗੁਰੂ ਪਾਤਸ਼ਾਹ, ਸਾਰੀ ਉਮਰ ਲੋਭ ਲਾਲਚ ਵਿੱਚ ਗਵਾਇਆ
अंत समय कुछ नहीं किया जा सकता। फिर फरमान है, जो सच लागे तिन साची सोए, दूजै लागै मन मुख रोए। नहीं भाई, ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜੁੜਦੇ ਹਨ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਉਹਨਾਂ ਨੂੰ ਜਿਹੜੀ ਸਦਾ ਹੀ ਕਾਇਮ ਰਹਿਣ ਵਾਲੀ ਹੈ ਸੋਭਾ, ਉਹ ਮਿਲ ਜਾਂਦੀ ਹੈ ਉਹਨੂੰ, ਜਿਹੜੇ ਨਾਮ ਦੇ ਵਿੱਚ ਜੁੜਦੇ ਪਰਮਾਤਮਾ ਦੇ। ਪਰ ਮਾਇਆ ਦੇ ਮੋਹ ਦੇ ਵਿੱਚ ਲੱਗ ਕੇ ਮਨ ਦਾ ਮੁਰੀਦ ਬੰਦਾ ਦੁਖੀ ਰਹਿੰਦਾ ਹੈ। ਜਿਹੜਾ ਮਨ ਦੇ ਪਿੱਛੇ ਤੁਰਦਾ ਹੈ ਉਹ ਤਾਂ ਦੁਖੀ ਰਹਿੰਦਾ ਹੈ। ਫਿਰ ਫਰਮਾਨ ਹੈ, ਦੋਹਾਂ ਸਿਰਿਆਂ ਕਾ ਖਸਮ ਹੈ ਆਪੇ, ਆਪੇ ਗੁਣ ਮਹਿ ਭੀਜੈ ਹੈ। ਪਰ ਕਹਿੰਦੇ ਜੀਵਾਂ ਦੇ ਵੀ ਕੀ ਵਸ ਹੈ, ਦੋਨੇ ਪਾਸੇ परमात्मा ही है। चाहे तो नाम सिमरन वाले पासे भी जोड़न वाला वही है, तो मन के पिछे तोड़न वाला भी वही है। दोने पासे वो आप ही है। कोई नाम दे विच जुड़दा है, कोई माया के मोह दे विच फसदा रहिंदा है। इन्हां दोहां सिरियां दा मालक परमात्मा आप ही है। वो आप ही अपने गुणां विच पतीजदा है। फिर फरमान है, गुर कै शब्द सदा जन सो है, नाम रसायन एहो मन मोह है। कहते है भाई, जेड़ा मनुख गुरु दी शब्द दे राही अपना जीवन सोहना बनाउंदा है, शब्द नूं पढ़दा गुरबाणी दे नूं, उहदे उत्ते अमल करदा, उस मुताबक आपदे जीवन नूं घड़दा है। जिहड़ा इस तरह जिन्ना करदा है, कहंदे उस दा ये मन सब तो श्रेष्ठ नाम रस विच फिर मस्त रहिंदा है। फिर फरमान है, माया मोह मैल पतंग न लागै, गुरमति हर नाम भीजै है। फिर समझाउणा करदे सतगुरु पातशाह कहंदे उसनूं माया दे मोह दी मैल रत्ता भर भी नहीं लगदी। किनूं? जिहड़ा शब्द दे राही आपदे जीवन नूं घड़दा है। घड़ी है शब्द सच्ची टकसाल, आप पढ़ते हैं ना जपजी साहब च रोज। जिहड़ा शब्द के मुताबिक आपदे जीवन दे ढंग नूं जिउण दे ढंग नूं सिख लैंदा है, कहंदे वो फिर उहनूं माया दे मोह दी रत्ता भर भी मैल नहीं लगदी। गुरु दी मत दी बरकत नाल उसदा मन परमात्मा दे नाम दे विच भिज्या रहिंदा है। फिर फरमान है, सबना विच वरतै इक सोई, गुर प्रसादी प्रगट होई। नहीं भाई, एक ओही परमात्मा सब जीवां विच मौजूद है, पर गुरु की कृपा नाल ही वो किसी वडभागी दे हिरदे विच प्रगट हुंदा है, वड्डे भागां वाले दे। वो मनुख अपने अंदरों होमै दूर करके सदा आत्मक आनंद माणदा है, फिर जिन्हों वो परमात्मा मिल जाता है। फिर फरमान है, हौमै मार सदा सुख पाया, नाए साचै अमृत पीजै है। कहने हे भाई, सदा कायम रहन वाले परमात्मा दे नाम विच जुड़िया
ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਤਾ ਜਾ ਸਕਦਾ ਹੈ। ਫਿਰ ਫਰਮਾਨ ਹੈ, ਕਿਲ ਵਿਖ ਦੁਖ ਨਿਵਾਰਨ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ। ਨਹੀਂ ਭਾਈ, ਜਿਹੜਾ ਪ੍ਰਮਾਤਮਾ ਸਾਰੇ ਪਾਪ ਅਤੇ ਦੁੱਖ ਦੂਰ ਕਰਨ ਦੇ ਸਮਰੱਥ ਹੈ, ਉਸ ਦੀ ਸੇਵਾ ਭਗਤੀ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਹੀ ਕੀਤੀ ਜਾ ਸਕਦੀ ਹੈ। ਹੋਰ ਕੋਈ ਵੀ ਤਰੀਕਾ ਨਹੀਂ, ਹੋਰ ਕੋਈ ਵੀ ਢੰਗ ਨਹੀਂ। ਫਿਰ ਫਰਮਾਨ ਹੈ, ਸਭ ਕਿਛ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੈ ਹੀ। ਤਾਂ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਤਨ ਅਤੇ ਮਨ ਪਰਮਾਤਮਾ ਦੀ ਭਗਤੀ ਵਿੱਚ ਰਸਿਆ ਰਹਿੰਦਾ ਹੈ, ਭਿੱਜਿਆ ਰਹਿੰਦਾ ਹੈ। ਗੁਰਮੁਖ ਮਨੁੱਖ ਨੂੰ ਹੀ ਇਹ ਨਿਸ਼ਚਾ ਆਉਂਦਾ ਹੈ, ਵਿਸ਼ਵਾਸ ਆਉਂਦਾ ਹੈ, ਵਿਸ਼ਵਾਸ ਬਣਦਾ ਹੈ, ਭਰੋਸਾ ਬਣਦਾ ਹੈ ਕਿ ਪ੍ਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ, ਹਰ ਥਾਂ ਆਪ ਹੀ ਮੌਜੂਦ ਹੈ। ਫਿਰ ਫਰਮਾਨ ਹੈ, ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਨਹੀਂ ਭਾਈ, ਮਾਇਆ ਦੀ ਤ੍ਰਿਸ਼ਨਾ ਦੀ ਅੱਗ ਜਗਤ ਵਿੱਚ ਭੜਕ ਰਹੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਇਸ ਤ੍ਰਿਸ਼ਨਾ ਦੀ ਅੱਗ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ। ਫਿਰ ਫਰਮਾਨ ਹੈ, ਅੰਤਰ ਸ਼ਾਂਤ ਸਦਾ ਸੁਖ ਪਾਇਆ, ਗੁਰਮਤਿ ਨਾਮ ਲੀਜੈ ਹੀ। ਕਹਿੰਦੇ ਫਿਰ ਉਸ ਦੇ ਅੰਦਰ ਸਦਾ ਠੰਡ ਬਣੀ ਰਹਿੰਦੀ ਹੈ, ਸ਼ਾਂਤੀ ਬਣੀ ਰਹਿੰਦੀ ਹੈ। ਉਹ ਆਤਮਿਕ ਆਨੰਦ ਮਾਣਦਾ ਹੈ। ਸਮਝਾਉਣਾ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਕਿ ਭਾਈ, ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ, ਹੋਰ ਨਹੀਂ ਕਿਸੇ ਤਰੀਕੇ ਨਾਲ ਸਿਮਰਿਆ ਜਾ ਸਕਦਾ। ਗੁਰੂ ਦੀ ਮੱਤ 'ਤੇ ਤੁਰਨਾ ਹੀ ਪੈਣਾ ਹੈ, ਫਿਰ ਪ੍ਰਵਾਨ ਹੋਣਾ ਹੈ, ਐਵੇਂ ਤਾਂ ਨਹੀਂ। ਫਿਰ ਫਰਮਾਨ ਹੈ, ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵਹਿ, ਜਮ ਨਾ ਛੋੜੈ ਬਹੁ ਕਰਮ ਕਮਾਵਹਿ। ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਇਹ ਭਾਈ, ਲੋਕਾਂ ਦੇ ਮਿੱਥੇ ਹੋਏ ਦੇਵਤਿਆਂ ਦੇ ਰਾਜੇ ਇੰਦਰ ਵਰਗੇ ਵੀ, ਇੱਥੇ ਕੀ ਕਹਿ ਰਹੇ ਸਤਿਗੁਰੂ ਪਾਤਸ਼ਾਹ ਵੀ ਲੋਕਾਂ ਦੇ ਮਿੱਥੇ ਹੋਏ ਵੀ, ਲੋਕ ਇਹ ਕਹਿੰਦੇ ਆ ਵੀ ਇੰਦਰ ਹੁਣੇ ਹੈਗੇ ਆ ਤੇ ਉਹ ਆ ਕਰਦੇ ਤੇ ਫਲਾਨਾ ਕਰਦੇ ਆ। ਜਿਵੇਂ ਆਮ ਕਹਿੰਦੇ ਵੀ ਬ੍ਰਹਮਾ ਪੈਦਾ ਕਰਨ ਵਾਲਾ ਹੈ, ਸ਼ਿਵ ਜੀ ਮੌਤ ਦੇਣ ਵਾਲਾ ਹੈ, ਵਿਸ਼ਨੂੰ ਪਾਲਣ ਵਾਲਾ ਹੈ, ਇਹ ਹੈ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਨਮ ਦੇਣ ਵਾਲਾ ਵੀ ਅਕਾਲ ਪੁਰਖ ਪਰਮੇਸ਼ਰ ਹੈ, ਤੇ ਪਾਲਣ ਵਾਲਾ ਵੀ ਉਹ, ਤੇ ਮੌਤ ਦੇਣ ਵਾਲਾ ਵੀ ਉਹ। ਉਹਦੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ, ਉਹਦੇ ਹੱਥ ਵਿੱਚ ਹੀ ਹੈ ਸਭ ਕੁਛ। ਤਾਂ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ, ਕਹਿੰਦੇ ਲੋਕਾਂ ਦੇ ਮਿੱਥੇ ਹੋਏ ਵੀ, ਲੋਕ ਜਿਵੇਂ ਇਹ ਕਹਿੰਦੇ ਹੈ, ਦੇਵਤਿਆਂ ਦੇ ਰਾਜੇ ਇੰਦਰ ਵਰਗੇ ਵੀ ਕਹਿੰਦੇ ਆਪਣੇ ਤਖਤ ਉੱਤੇ ਬੈਠੇ ਹੋਏ ਇਸ ਤ੍ਰਿਸ਼ਨਾ ਦੀ ਅੱਗ ਦੇ ਕਾਰਨ ਆਤਮਿਕ ਮੌਤ ਦਾ ਸਹਿਮ ਸਹਾਰ ਰਹੇ ਹਨ।
ਉਹ ਵੀ ਤ੍ਰਿਸ਼ਨਾ ਦੀ ਅੱਗ ਦਾ ਸੇਕ ਉਹਨਾਂ ਨੂੰ ਵੀ ਲੱਗਿਆ ਹੋਇਆ ਹੈ ਕਿ ਤ੍ਰਿਸ਼ਨਾ ਦੀ ਅੱਗ ਦਾ ਸੇਕ ਤੋਂ ਉਹ ਵੀ ਨਹੀਂ ਬਚ ਸਕੇ। ਕਹਿੰਦੇ ਜਿਹੜੇ ਲੋਕ ਨਾਮ ਨਹੀਂ ਸਿਮਰਦੇ ਪਰ ਹੋਰ ਮਿੱਥੇ ਹੋਏ ਅਨੇਕਾਂ ਧਾਰਮਿਕ ਕਰਮ ਕਰਦੇ ਰਹਿੰਦੇ ਹੈ, ਨਾਮ ਸਿਮਰਦੇ ਨਹੀਂ, ਜਿਵੇਂ ਪੁੰਨਦਾਨ ਜਿਹਨੂੰ ਆਪਾਂ ਕਹਿ ਲੈਂਦੇ ਹਾਂ, ਉਹ ਧਾਰਮਿਕ ਕਰਮ, ਉਸੇ ਨੂੰ ਧਾਰਮਿਕ ਕਰਮ ਕਹਿੰਦੇ। ਕਹਿੰਦੇ ਨਾਮ ਸਿਮਰਦੇ ਨਹੀਂ, ਹੋਰ ਭਲਾਂ ਦੀ ਕਿੰਨੇ ਮਰਜ਼ੀ ਧਾਰਮਿਕ ਕਰਮ ਕਰੀ ਜਾਣ, ਜਿਹੜੇ ਫਿਰ ਇਸ ਤਰ੍ਹਾਂ ਕਰਦੇ ਹਨ। ਕਹਿੰਦੇ ਆਤਮਿਕ ਮੌਤ ਉਹਨਾਂ ਨੂੰ ਵੀ ਨਹੀਂ ਛੱਡਦੀ। ਫਿਰ ਫਰਮਾਨ ਹੈ, ਸਤਿਗੁਰ ਭੇਟੇ ਤਾਂ ਮੁਕਤ ਪਾਈਐ, ਹਰ ਹਰ ਰਸਨਾ ਪੀਜੈ ਹੇ। ਤਾਂ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ, ਕਹਿੰਦੇ ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਸਤਿਗੁਰ ਭੇਟਾ ਦਾ ਮਤਲਬ ਮਿਲਦਾ ਹੈ ਸਤਿਗੁਰੂ, ਭਾਵ ਜਿਹੜਾ ਸਤਿਗੁਰੂ ਦੇ ਲੜ ਲੱਗ ਜਾਂਦਾ ਹੈ, ਗੁਰੂ ਦੀ ਸਿੱਖਿਆ 'ਤੇ ਤੁਰਦਾ ਹੈ, ਜਦੋਂ ਤੁਰਨ ਲੱਗ ਪੈਂਦਾ ਹੈ ਤਾਂ ਕੀ ਹੁੰਦਾ ਫਿਰ? ਕਹਿੰਦੇ ਇਸ ਆਤਮਿਕ ਮੌਤ ਤੋਂ ਫਿਰ ਖਲਾਸੀ ਮਿਲ ਜਾਂਦੀ ਹੈ ਉਹਨੂੰ। ਇਸ ਕਰਕੇ ਕਹਿੰਦੇ ਹੈ ਭਾਈ, ਗੁਰੂ ਦੀ ਰਾਹੀਂ ਹੀ ਜੀਵ ਨਾਲ, ਰਸਨਾ ਨਾਲ ਹਰ ਨਾਮ ਰਸ ਪੀਤਾ ਜਾ ਸਕਦਾ ਹੈ, ਨਹੀਂ ਤਾਂ ਗੁਰੂ ਤੋਂ ਬਿਨਾਂ ਨਹੀਂ ਪੀਤਾ ਜਾ ਸਕਦਾ, ਸ਼ਬਦ ਗੁਰੂ ਤੋਂ ਬਿਨਾਂ। ਫਿਰ ਫਰਮਾਨ ਹੈ, ਮਨ ਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸ਼ਾਂਤ ਸੁਖ ਹੋਈ। ਕਹਿੰਦੇ ਹੈ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਪੈਦਾ ਨਹੀਂ ਹੋ ਸਕਦੀ। ਜਿਹੜੇ ਆਪਦੇ ਮਨ ਦੇ ਪਿੱਛੇ ਤੁਰਦੇ ਹੈ, ਪਰਮਾਤਮਾ ਦੀ ਭਗਤੀ ਉਹਨਾਂ ਦੇ ਹਿਰਦੇ 'ਚ ਪੈਦਾ ਹੀ ਨਹੀਂ ਹੋ ਸਕਦੀ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਜਿਹੜਾ ਗੁਰੂ ਦੀ ਮੱਤ 'ਤੇ ਤੁਰਦਾ ਹੈ, ਕਹਿੰਦੇ ਉਸ ਦੇ ਅੰਦਰ ਪਰਮਾਤਮਾ ਦੀ ਯਾਦ ਹੈ ਅਤੇ ਉਸ ਦੇ ਅੰਦਰ ਠੰਡ ਹੈ। ਫਰਮਾਨ ਹੈ ਫਿਰ, ਪਵਿੱਤਰ ਪਾਵਨ ਸਦਾ ਹੈ ਬਾਣੀ, ਗੁਰਮਤਿ ਅੰਤਰ ਭੀਜੈ ਹੇ। ਕਹਿੰਦੇ ਉਸ ਦੇ ਅੰਦਰ ਆਤਮਿਕ ਆਨੰਦ ਹੈ ਫਿਰ, ਜਿਹੜਾ ਗੁਰੂ ਦੇ ਸਨਮੁਖ ਹੈ, ਗੁਰੂ ਦੀ ਮੱਤ 'ਤੇ ਤੁਰਦਾ ਹੈ ਜਿਹੜਾ। ਇਸ ਕਰਕੇ ਕਹਿੰਦੇ ਹੈ ਭਾਈ, ਗੁਰੂ ਦੀ ਬਾਣੀ ਸਦਾ ਮਨੁੱਖ ਦੇ ਮਨ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਜਿਹੜਾ ਸਾਡਾ ਮਨ ਮੈਲਾ ਹੋਇਆ ਪਿਆ ਹੈ, ਇਹ ਗੁਰਬਾਣੀ ਦੇ ਨਾਲ ਹੀ ਧੋਤਾ ਜਾ ਸਕਦਾ ਹੈ, ਹੋਰ ਕੋਈ ਐਸਾ ਵਸੀਲਾ ਨਹੀਂ ਹੈ। ਇਸ ਕਰਕੇ ਗੁਰਬਾਣੀ ਪੜ੍ਹੀਏ, ਉਹ 'ਤੇ ਅਮਲ ਕਰੀਏ, ਅਤੇ ਜਿਹੜੀ ਅੰਦਰ ਸਾਡੇ ਵਿਉ ਹੈ, ਮੈਲ ਹੈ, ਈਰਖਾ ਦੀ, ਦਵੈਖ ਦੀ, ਉਹਨੂੰ ਸਾਫ਼ ਕਰੀਏ। ਗੁਰੂ ਦੀ ਮੱਤ ਉੱਤੇ ਤੁਰਿਆ ਹੀ ਹਿਰਦਾ ਜਿਹੜਾ ਉਹ ਪਤੀਜਦਾ ਹੈ, ਭਿੱਜਦਾ ਹੈ ਨਾਮ ਵਿੱਚ। ਫਿਰ ਫਰਮਾਨ ਹੈ, ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ, ਤ੍ਰੈ ਗੁਣ ਬਦਕ ਮੁਕਤ ਨਿਰਾਰੀ। ਕਹਿੰਦੇ ਹੈ ਭਾਈ, ਵਿਚਾਰ ਕੇ ਵੇਖ ਲਓ। ਕਹਿੰਦੇ ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਜੀ ਹੋਵੇ, ਕੋਈ ਵੀ ਹੋਵੇ, ਕਹਿੰਦੇ ਜਿਹੜੇ ਪ੍ਰਾਣੀ ਮਾਇਆ ਦੇ 3 ਗੁਣਾਂ ਵਿੱਚ ਬੱਝੇ ਹੋਏ ਹਨ, ਰਜੋ ਤਮੋ ਸਤੋ, ਇਹ ਮਾਇਆ ਦੇ 3 ਗੁਣ ਹੈ। ਉਹ ਹਰ ਚੀਜ਼ ਮਾਇਆ ਜਿਹੜੀ ਪਰਮਾਤਮਾ ਦੇ ਨਾਮ ਨਾਲੋਂ ਤੋੜਦੀ ਹੈ, ਆਪਦੇ ਮੋਹ ਵਿੱਚ ਫਸਾਉਂਦੀ ਹੈ। ਉਹ ਹਰ ਇੱਕ ਚੀਜ਼ ਮਾਇਆ ਹੈ। ਜੋ ਇਹਨਾਂ ਅੱਖਾਂ ਨਾਲ ਸਭ ਕੁਝ ਦਿਸ ਰਿਹਾ ਹੈ, ਮਾਇਆ ਦਾ ਪਸਾਰਾ ਹੀ ਹੈ। ਕਹਿੰਦੇ ਭਲਾਂ ਦੀ ਕੋਈ ਵੀ ਹੋਵਣ,
ਭਲਾਂ ਦੀ ਇਹ ਤਿੰਨੇ ਦੇਵਤੇ ਹੋਣ ਤੇ ਭਲਾਂ ਦੀ ਆਮ ਬੰਦਾ ਹੋਵੇ। ਕਹਿੰਦੇ ਮਾਇਆ ਦੇ ਤਿੰਨਾਂ ਗੁਣ ਵਿੱਚ ਬੱਝੇ ਹੋਏ ਹਨ। ਆਤਮਿਕ ਮੌਤ ਤੋਂ ਖਲਾਸੀ ਉਹਨਾਂ ਤੋਂ ਲਾਂਭੇ ਰਹਿ ਜਾਂਦੀ ਹੈ। ਭਾਵ ਆਤਮਿਕ ਮੌਤ ਤੋਂ ਖਲਾਸੀ ਨਹੀਂ ਮਿਲਦੀ ਉਹਨਾਂ ਨੂੰ, ਚਾਹੇ ਕੋਈ ਵੀ ਹੋਵੇ, ਲਾਨੀ ਬ੍ਰਹਮਾ ਵਰਗੇ ਕਿਉਂ ਨਾ ਹੋਣ। ਗੁਰਮੁਖ ਗਿਆਨ ਏਕੋ ਹੈ ਜਾਤਾ, ਅਨ ਦਿਨ ਨਾਮ ਰਵੀਜੈ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੀ ਸਿੱਖਿਆ 'ਤੇ ਤੁਰਦਾ, ਅਮਲ ਕਰਦਾ ਹੈ, ਉਹ ਸਿਰਫ ਇਹੀ ਆਤਮਿਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ। ਉਹ ਇਹ ਸਮਝਦਾ ਹੈ, ਇਹ ਉਹ ਸੋਝੀ ਉਹਨੂੰ ਇਹ ਹੋ ਜਾਂਦੀ ਹੈ ਵੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ, ਵੀ ਇਹਦੇ ਤੋਂ ਬਿਨਾਂ ਨਹੀਂ ਸਰਦਾ। ਜਿਹੜਾ ਗੁਰੂ ਦੇ ਸਿੱਖਿਆ 'ਤੇ ਤੁਰਦਾ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਵੀ ਹੋਰ ਚੀਜ਼ਾਂ ਬਿਨਾਂ ਰਿਹਾ ਜਾ ਸਕਦਾ, ਪਰ ਇਹਦੇ ਤੋਂ ਬਿਨਾਂ ਨਹੀਂ ਰਿਹਾ ਜਾ ਸਕਦਾ, ਪਰਮਾਤਮਾ ਦੇ ਨਾਮ ਤੋਂ। ਫਿਰ ਫਰਮਾਨ ਹੈ, ਵੇਦ ਪੜ੍ਹੇ ਹਰ ਨਾਮ ਨਾ ਬੂਝੇ, ਮਾਇਆ ਕਾਰਨ ਪੜ ਪੜ ਲੁਝੇ। ਕਹਿੰਦੇ ਹੈ ਭਾਈ, ਪੰਡਤ ਲੋਕ ਵੇਦ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ, ਗ੍ਰੰਥ ਪੜ੍ਹਦੇ ਹਨ ਧਾਰਮਿਕ, ਪਰ ਜੇ ਕਹਿੰਦੇ ਉਹ ਪਰਮਾਤਮਾ ਦੇ ਨਾਮ ਨੂੰ ਜੀਵਨ ਮਨੋਰਥ ਨਹੀਂ ਸਮਝਦੇ, ਇਕੱਲਾ ਉਹ ਪੜ੍ਹਦੇ ਹੀ ਹੈ ਤੇ ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਮਨੋਰਥ ਨਹੀਂ ਸਮਝਦੇ, ਤਾਂ ਕਹਿੰਦੇ ਉਹ ਮਾਇਆ ਕਮਾਉਣ ਵਾਸਤੇ ਹੀ ਵੇਦ ਆਦਿਕ ਧਾਰਮਿਕ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਮਾਇਆ ਦੇ ਘੱਟ ਚੜਾਵੇ ਤੇ ਅੰਦਰੇ ਅੰਦਰ ਖਿੱਚਦੇ ਹਨ। ਵੀ ਮਾਇਆ ਜੇ ਘੱਟ ਮਿਲ ਗਈ ਤਾਂ ਫਿਰ ਅੰਦਰੋਂ ਅੰਦਰ ਹੀ ਖਿੱਚਦੇ ਹੈ। ਜੇ ਨਾਮ ਨਹੀਂ ਸਿਮਰਦੇ, ਇਕੱਲੇ ਮਤਲਬ ਜਰੀਆ ਹੀ ਬਣਾ ਲਿਆ, ਤਾਂ ਫਿਰ ਕਹਿਣ ਦਾ ਭਾਵ ਫਿਰ ਕੁਛ ਨਹੀਂ ਹਾਸਲ ਹੋ ਸਕਦਾ। ਫਿਰ ਫਰਮਾਨ ਹੈ, ਅੰਤਰ ਮੈਲ ਅਗਿਆਨੀ ਅੰਧਾ, ਕਿਉ ਕਰ ਦੂਤਰ ਤਰੀਜੈ ਹੈ। ਕਹਿੰਦੇ ਹੈ ਭਾਈ, ਜਿਸ ਮਨੁੱਖ ਦੇ ਅੰਦਰ ਮਾਇਆ ਦੇ ਮੋਹ ਦੀ ਮੈਲ ਹੈ, ਉਹ ਵੇਦ ਪਾਠੀ, ਭਲਾਂ ਦੀ ਵੇਦਾਂ ਦਾ ਪਾਠੀ ਹੋਵੇ, ਪੰਡਤ ਵੀ ਹੋਵੇ, ਕਿੱਡਾ ਮਰਜ਼ੀ ਵਿਦਵਾਨ ਵੀ ਹੋਵੇ, ਕਿੰਨਾ ਮਰਜ਼ੀ ਗਿਆਨ ਹੋਵੇ, ਕਹਿੰਦੇ ਉਹ ਅੰਨਾ ਤੇ ਬੇਸਮਝ ਹੈ। ਜਿਹਦੇ ਅੰਦਰ ਮਾਇਆ ਦੇ ਮੋਹ ਦੀ ਮੈਲ ਹੈ ਨਾ, ਉਹ ਚਾਹੇ ਕਿੰਨਾ ਮਰਜ਼ੀ ਵਿਦਵਾਨ ਚਾਹੇ ਪਾਠੀ ਹੋਵੇ, ਕਹਿੰਦੇ ਉਹ ਬੇਸਮਝ ਤੇ ਅੰਨਾ ਹੀ ਹੈ। ਇਸ ਤਰ੍ਹਾਂ ਕਹਿੰਦੇ ਇਹ ਦੂਤਰ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ, ਕਹਿੰਦੇ ਇਸ ਸੰਸਾਰ ਤੋਂ ਪਾਰ ਨਹੀਂ ਲੰਘ ਸਕਦਾ। ਫਿਰ ਕਿਉਂ ਕਰ ਦੂਤਰ ਤਰੀਜੈ ਹੈ, ਕਹਿੰਦੇ ਫਿਰ ਕਿਵੇਂ ਤਰਿਆ ਜਾਊਗਾ ਇਹਦੇ ਤੋਂ। ਫਿਰ ਅੱਗੇ ਫਰਮਾਨ ਹੈ, ਵੇਦ ਬਾਦ ਸਭ ਆਖ ਵਖਾਣਹਿ, ਨਾ ਅੰਤਰ ਭੀਜੈ ਨਾ ਸ਼ਬਦ ਪਛਾਣਹਿ। ਕਹਿੰਦੇ ਹੈ ਭਾਈ, ਸਾਰੇ ਪੰਡਤ ਲੋਕ, ਕਹਿਣ ਦਾ ਭਾਵ ਵਿਦਵਾਨ ਲੋਕ, ਵੇਦ ਆਦਿਕ ਧਾਰਮਿਕ ਗ੍ਰੰਥਾਂ ਦੀਆਂ ਚਰਚਾ ਕਰਕੇ ਉਚਾਰਨ ਕਰਕੇ ਹੋਰਨਾਂ ਦੇ ਸਾਹਮਣੇ ਵਿਆਖਿਆ ਕਰਦੇ ਹਨ,
जिवें आ हुण व्याख्या करी जांदे। इस तरह कहते ना उन्हां दा अपना हिरदा भेजदा, मान लो साडे वर्गियां दा, करन वालियां दा, लोकां नूं कहण दा भाव सिੱਖਿਆ दिंदे है, आप दे उन्हां दे पल्ले कख नहीं हुंदा। कहण दा भाव ये है सतगुरु पातशाह दा, चाहे किन्ने मर्जी विद्वान होण, लोकां नूं सिੱਖਿਆ दिंदे है, आप उहदे उत्ते अमल नहीं करते। कहण दा भाव ये है, सौखे तरीके नाल समझीए तो कहंदे ना वो सिर सलाह दी बाणी दी कदर समझते है। तो फिर फरमान है, पुन पाप सब वेद दृढ़ाया, गुरमुख अमृत पीजै हे। तो फिर फरमान करते हैं सतगुरु पातशाह, कहते हे भाई वेद ने ਤਾਂ ਕਹਿੰਦੇ ਮੁੜ ਮੁੜ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ ਕਰਮ ਹੈ ਤੇ ਕਿਹੜਾ ਪਾਪ ਕਰਮ ਹੈ। ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਤਾਂ ਕਹਿੰਦੇ ਗੁਰੂ ਦੀ ਸ਼ਰਨ ਪਿਆ ਹੀ ਪੀਤਾ ਜਾ ਸਕਦਾ ਹੈ, ਨਹੀਂ ਤਾਂ ਵੇਦਾਂ ਦੇ ਵਿੱਚ ਤਾਂ ਇਹ ਹੈ ਵੀ ਤੁਸੀਂ ਆਹ ਕਰੋਗੇ ਤਾਂ ਇਹਦਾ ਪੁੰਨ ਤੁਹਾਨੂੰ ਆਹ ਮਿਲੂਗਾ, जे आ करोगे तो यदा थानू पाप लगूगा। पाप ते पुन्न ये वेद ही दसदे है, पर सतगुरु पातशाह कहते इउं नहीं गल बननी की पाप है तो की पुन्न है, पता ही नहीं असी की पाप करी जाने ते की पुन्न करी जाने, इस गल दी सानू समझ ही नहीं। कहते गल तां गुरबाणी दे शब्द दे विच जुड़न दे कारण ਜਾਂ ਗੁਰੂ ਦੀ ਸ਼ਰਨ ਪੈਣ ਦੇ ਨਾਲ ਹੀ ਕਹਿੰਦੇ ਫਿਰ ਨਾਮ ਰਸ ਹੈ ਜਿਹੜਾ ਉਹ ਪੀਤਾ ਜਾ ਸਕਦਾ, ਹੋਰ ਐਵੇਂ ਨਹੀਂ ਗੱਲ ਬਣਨੀ ਕਹਿੰਦੇ ਕਿਸੇ ਤਰ੍ਹਾਂ ਵੀ। ਉਵੇਂ ਚ ਤੁਸੀਂ ਜੋ ਮਰਜ਼ੀ ਸਮਝੀ ਜਾਓ ਵੀ ਆਹ ਪਾਪ ਹੈ ਤੇ ਆਹ ਪੁੰਨ ਹੈ। ਫਿਰ ਅੱਗੇ ਫਰਮਾਨ ਹੈ, ਆਪੇ ਸਾਚਾ ਏਕੋ सोई, तिस बिन दूजा अवर न कोई। कहते हे भाई अपने वर्गा सिर्फ वो परमात्मा आप ही है, आपदे वर्गा वो आप ही है जो सदा कायम रहने वाला है। उस तो बिना उस वर्गा होर कोई नहीं है दूजा, उस अकाल पुरख वर्गा दूसरा कोई होर है ही नहीं, आपदे वर्गा वो आप ही है। फिर फरमान है, नानक नाम रते मन साचा, सचो सच रवीजै हे। कहते हे नानक ਜਿਹੜੇ ਮਨੁੱਖ परमात्मा ਦੇ ਨਾਮ ਵਿੱਚ ਰੰਗੇ ਗਏ ਹਨ, ਉਹਨਾਂ ਦਾ ਮਨ ਹੈ ਜਿਹੜਾ ਉਹ ਅਡੋਲ ਹੋ ਜਾਂਦਾ ਹੈ, ਫਿਰ ਡੋਲਦਾ ਨਹੀਂ ਨਾਮ ਦੇ ਵਿੱਚ ਜਿਹੜੇ ਰੰਗੇ ਗਏ। ਇਸ ਵਾਸਤੇ ਕਹਿੰਦੇ हे ਭਾਈ सदा कायम रहन वाले परमात्मा नूं ही सिमरना चाहिए है, उसे दा ही सिमरन है जिहड़ा वो करना चाहिए है, उस तो बिना गल नहीं बननी। इस करके उस परमात्मा का सिमरन करिए सदा, ते गुरु की बाणी पढ़िए, पढ़ के उत्ते अमल करिए, फिर ही पार उतारा होना, नहीं तो नहीं होना। सो अज दे विचारां दी समाप्ति है। विचारां करदियां बेअंत उनताइयां हो गईयां होणीआं। सतगुरु पातशाह अति आप संगत बख्शणयोग हो। वाहिगुरू जी का खालसा, वाहिगुरू जी की फतेह।